ਡੀਅਰ ਸਟੂਡੈਂਟਸ, ਬੇਟੇ ਅੱਜ ਆਪਾਂ ਡਿਸਕਸ ਕਰਨਾ ਹੈ ਹਾਊ ਐਸਿਡਸ ਐਂਡ ਬੇਸਿਸ ਰਿਐਕਟ ਵਿਥ ਈਚ ਅਦਰ। ਐਸਿਡ ਅਤੇ ਬੇਸ ਇੱਕ ਦੂਸਰੇ ਨਾਲ ਕਿਵੇਂ ਰਿਐਕਸ਼ਨ ਕਰਦੇ ਹਨ। ਐਸਿਡ ਅਤੇ ਬੇਸ ਇੱਕ ਦੂਸਰੇ ਦੇ ਇਫੈਕਟ ਨੂੰ ਨਿਊਟਰਲਾਈਜ਼ ਕਰ ਦਿੰਦੇ ਨੇ। ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜੇਕਰ ਸਾਡੀ ਬਾਡੀ ਦੇ ਵਿੱਚ ਐਸਿਡ ਵੱਧ ਜਾਵੇ, ਜਿਹਨੂੰ ਅਸੀਂ ਐਸਿਡਿਟੀ ਕਹਿ ਦਿੰਦੇ ਹਾਂ, ਤਾਂ ਉਸ ਨੂੰ ਕਵਰ ਕਰਨ ਲਈ ਸਾਨੂੰ ਬੇਸ ਦੀ ਡੋਜ਼ ਲੈਣੀ ਪੈਂਦੀ ਹੈ। ਜੋ ਈਨੋ ਹੈ, ਈਨੋ ਲੈਂਦੇ ਹਾਂ ਅਸੀਂ, ਈਨੋ ਬੇਸ ਹੈ। ਬੇਕਿੰਗ ਪਾਊਡਰ, ਮਿੱਠਾ ਸੋਡਾ, ਉਹ ਵੀ ਬੇਸ ਹੈ। ਜਦੋਂ ਐਸਿਡ ਦੇ ਵਿੱਚ ਬੇਸ ਪਾ ਦਿੰਦੇ ਹਾਂ ਤਾਂ ਉਸ ਦਾ ਇਫੈਕਟ ਹੈ ਜਿਹੜਾ ਨਲੀਫਾਈ ਹੋ ਜਾਂਦਾ ਹੈ, ਨਿਲ ਹੋ ਜਾਂਦਾ ਹੈ। We have observed that the effect of base is nullified by an acid and vice versa. Vice versa means ਐਸਿਡ ਜੇ ਵੱਧ ਜਾਵੇ ਤਾਂ ਉਸ ਨੂੰ ਕਵਰ ਕਰਨ ਲਈ ਬੇਸ ਲੈਣਾ ਹੈ। ਜੇ ਬਾਡੀ ਦੇ ਵਿੱਚ ਖਾਰਾਪਣ ਵੱਧ ਜਾਵੇ, ਬੇਸ ਵੱਧ ਜਾਵੇ, ਤਾਂ ਉਸ ਨੂੰ ਕਵਰ ਕਰਨ ਲਈ ਐਸਿਡ ਲੈਣਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਐਗਜ਼ਾਮਪਲਸ ਦਿੱਤੀਆਂ ਸੀ ਦੋ। ਸਾਡੇ ਦੰਦਾਂ ਦੇ ਵਿੱਚ ਹੈ ਜਿਹੜਾ ਭੋਜਨ ਖਾਣ ਦੇ ਨਾਲ ਐਸਿਡ ਬਣ ਜਾਂਦਾ ਹੈ, ਅਤੇ ਉਸ ਨੂੰ ਕਵਰ ਕਰਨ ਲਈ ਅਸੀਂ ਟੁੱਥਪੇਸਟ ਦਾ ਯੂਜ਼ ਕਰਦੇ ਹਾਂ। ਟੁੱਥਪੇਸਟ ਕੀ ਹੈ? ਬੇਸਿਕ। ਸਾਬਣ ਹੈ ਜਿਹੜਾ ਬੇਸਿਕ ਹੈ। ਇਸ ਲਈ ਉਸ ਦਿਨ ਵੀ ਗੱਲ ਕਰੀ ਸੀ, ਜੇਕਰ ਕੋਈ ਭਰਿੰਡ ਜਾਂ ਮੱਖੀ ਸਾਡੇ ਲੜ ਜਾਂਦੀ ਹੈ ਤਾਂ ਉਹ ਜਿਹੜੀ ਸਟਿੰਗ ਮਾਰਦੀ ਹੈ, ਡੰਗ ਮਾਰਦੀ ਹੈ, ਤਾਂ ਉੱਥੇ ਉਹ ਐਸਿਡ ਛੱਡ ਦਿੰਦੀ ਹੈ, ਰਿਲੀਜ਼ ਕਰ ਦਿੰਦੀ ਹੈ, ਅਤੇ ਉਸ ਨੂੰ ਕਵਰ ਕਰਨ ਲਈ ਅਸੀਂ ਬੇਸ ਲਾਉਂਦੇ ਹਾਂ, ਸਾਬਣ ਲਾਉਂਦੇ ਹਾਂ, ਪੇਸਟ ਲਾਉਂਦੇ ਹਾਂ। ਐਸਿਡ ਅਤੇ ਬੇਸ ਇੱਕ ਦੂਸਰੇ ਨੂੰ ਨਿਊਟਰਲਾਈਜ਼ ਕਰ ਦਿੰਦੇ ਹਨ। ਜਿਹੜਾ ਨਾ ਐਸਿਡ ਹੁੰਦਾ ਹੈ ਨਾ ਬੇਸ ਹੁੰਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਨਿਊਟਰਲ। ਪਾਣੀ ਹੈ ਜਿਹੜਾ, ਪਾਣੀ ਨਿਊਟਰਲ ਹੈ। ਪਾਣੀ ਨਾ ਐਸਿਡ ਹੈ ਨਾ ਬੇਸ ਹੈ। ਜੇ ਉਹ ਤੇਜ਼ਾਬੀ ਹੋ ਜਾਵੇ ਤਾਂ ਐਸਿਡ ਬਣ ਜਾਂਦਾ ਹੈ, ਅਤੇ ਜੇ ਉਸ ਵਿੱਚ ਖਾਰਾਪਣ ਵੱਧ ਜਾਵੇ ਤਾਂ ਉਸ ਨੂੰ ਅਸੀਂ ਬੇਸ ਕਹਿ ਦਿੰਦੇ ਹਾਂ। ਜਿਹੜਾ ਵੀ ਇਫੈਕਟ ਵੱਧ ਜਾਂਦਾ ਹੈ, ਜੇ ਉਹ ਐਸਿਡ ਹੋ ਗਿਆ ਤਾਂ ਉਸ ਨੂੰ ਨਿਊਟਰਲ ਬਣਾਉਣ ਲਈ ਬੇਸ ਐਡ ਕਰਨਾ ਪੈਂਦਾ ਹੈ। ਜੇਕਰ ਉਹ ਬੇਸਿਕ ਹੋ ਗਿਆ ਤਾਂ ਉਸ ਨੂੰ ਨਿਊਟਰਲ ਬਣਾਉਣ ਲਈ ਐਸਿਡ ਐਡ ਕਰਨਾ ਚਾਹੀਦਾ ਹੈ। ਸਾਡਾ ਜਿਹੜਾ ਬਲੱਡ ਹੈ, ਸਾਡੀ ਬਾਡੀ ਦੇ ਵਿੱਚ ਜੋ ਬਲੱਡ ਹੈ, ਉਹ ਵੀ ਨਿਊਟਰਲ ਟਾਈਪ ਹੈ। ਜੇ ਇਸ ਵਿੱਚ ਐਸਿਡ ਵੱਧ ਜਾਵੇ ਤਾਂ ਅਸੀਂ ਬੇਸ ਲੈਂਦੇ ਹਾਂ। ਜੇ ਬੇਸਿਕਪਣ ਵੱਧ ਜਾਵੇ, ਐਲਕੇਲਾਈਨ ਜਾਂ ਖਾਰਾਪਣ ਵੀ ਕਹਿ ਦਿੰਦੇ ਹਾਂ, ਵੱਧ ਜਾਵੇ ਤਾਂ ਅਸੀਂ ਐਸਿਡ ਲੈਂਦੇ ਹਾਂ। ਸੋ ਰਿਐਕਸ਼ਨ ਕੀ ਹੈ? ਐਸਿਡ ਪਲੱਸ ਬੇਸ ਕੀ ਪ੍ਰੋਡਿਊਸ ਕਰਦੇ ਨੇ? ਸਾਲਟ ਪਲੱਸ ਵਾਟਰ। ਸਾਲਟ ਕੋਈ ਵੀ ਹੋ ਸਕਦਾ, ਪਹਿਲਾਂ ਵੀ ਗੱਲ ਕਰੀ ਹੈ। ਇੱਥੇ ਬੇਸ ਕੀ ਹੈ? ਸੋਡੀਅਮ ਹਾਈਡਰੋਕਸਾਈਡ ਬੇਸ ਹੈ, ਅਤੇ ਐਸਿਡ ਕੀ ਹੈ? ਹਾਈਡਰੋਕਲੋਰਿਕ ਐਸਿਡ HCl। ਕੀ ਪ੍ਰੋਡਕਟ ਬਣਿਆ? ਸਾਲਟ ਪਲੱਸ ਵਾਟਰ। ਸਾਲਟ ਕੀ ਹੈ? NaCl, ਸੋਡੀਅਮ ਕਲੋਰਾਈਡ। ਜਦੋਂ ਐਸਿਡ ਅਤੇ ਬੇਸ ਰਿਐਕਸ਼ਨ ਕਰਦੇ ਹਨ ਤਾਂ ਉਹ ਨਿਊਟਰਲ ਹੋ ਜਾਂਦੇ ਹਨ। ਕੀ ਬਣ ਜਾਂਦਾ ਹੈ? ਸਾਲਟ ਪਲੱਸ ਵਾਟਰ। ਵਾਟਰ ਵੀ ਕੀ ਹੁੰਦਾ ਹੈ? ਨਿਊਟਰਲ। ਜਦੋਂ ਐਸਿਡ ਅਤੇ ਬੇਸ ਰਿਐਕਸ਼ਨ ਕਰਦੇ ਨੇ ਤਾਂ ਕੀ ਬਣ ਜਾਂਦਾ ਹੈ? ਨਿਊਟਰਲ। ਇਸ ਲਈ ਇਸ ਰਿਐਕਸ਼ਨ ਦਾ ਨਾਮ ਨਿਊਟਰਲਾਈਜੇਸ਼ਨ ਰਿਐਕਸ਼ਨ ਵੀ ਹੈ। ਦੀ ਰਿਐਕਸ਼ਨ ਬਿਟਵੀਨ ਐਸਿਡ ਐਂਡ ਏ ਬੇਸ, ਇੱਕ ਐਸਿਡ ਅਤੇ ਬੇਸ ਦੇ ਵਿਚਾਲੇ ਜਿਹੜੀ ਰਿਐਕਸ਼ਨ ਹੁੰਦੀ ਹੈ, ਟੂ ਗਿਵ ਸਾਲਟ ਐਂਡ ਵਾਟਰ। ਕੀ ਦੇਣ ਲਈ? ਸਾਲਟ ਐਂਡ ਵਾਟਰ ਪ੍ਰੋਡਿਊਸ ਕਰਨ ਲਈ। ਰਿਐਕਸ਼ਨ ਬਿਟਵੀਨ ਐਸਿਡ ਐਂਡ ਬੇਸ, ਜਦੋਂ ਐਸਿਡ ਅਤੇ ਬੇਸ ਦੇ ਵਿੱਚ ਰਿਐਕਸ਼ਨ ਹੁੰਦੀ ਹੈ, ਟੂ ਗਿਵ ਸਾਲਟ ਐਂਡ ਵਾਟਰ ਇਜ਼ ਨੋਨ ਐਜ਼ ਨਿਊਟਰਲਾਈਜੇਸ਼ਨ ਰਿਐਕਸ਼ਨ। ਇਹ ਐਗਜ਼ਾਮੀਨੇਸ਼ਨ ਪੁਆਇੰਟ ਲਈ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ।
ਇਹ ਵੀ ਕੁਐਸਚਨ ਆ ਜਾਂਦਾ ਹੈ, ਵਾਟ ਇਜ਼ ਨਿਊਟਰਲਾਈਜੇਸ਼ਨ ਰਿਐਕਸ਼ਨ। ਨਿਊਟਰਲਾਈਜੇਸ਼ਨ ਰਿਐਕਸ਼ਨ ਕੀ ਹੈ? ਦੀ ਰਿਐਕਸ਼ਨ ਬਿਟਵੀਨ ਐਂਡ ਐਸਿਡ ਐਂਡ ਏ ਬੇਸ, ਐਸਿਡ ਤੇ ਬੇਸ ਦੀ ਰਿਐਕਸ਼ਨ ਟੂ ਗਿਵ ਸਾਲਟ ਐਂਡ ਵਾਟਰ ਇਜ਼ ਨੋਨ ਐਜ਼ ਨਿਊਟਰਲਾਈਜੇਸ਼ਨ ਰਿਐਕਸ਼ਨ। ਸੋ ਜਦੋਂ ਐਸਿਡ ਤੇ ਬੇਸ ਮਿਲਦੇ ਹਨ ਤਾਂ ਕੀ ਬਣ ਜਾਂਦਾ ਹੈ? ਸਾਲਟ ਪਲੱਸ ਵਾਟਰ। ਸੋ ਵੈਰੀ ਇੰਪੋਰਟੈਂਟ ਹੈ ਇਹ ਐਗਜ਼ਾਮੀਨੇਸ਼ਨ ਲਈ। ਨੈਕਸਟ ਰਿਐਕਸ਼ਨ, ਰਿਐਕਸ਼ਨ ਆਫ ਮੈਟਲ ਆਕਸਾਈਡ ਐਂਡ ਐਸਿਡ, ਮੈਟਲ ਆਕਸਾਈਡ ਵਿਦ ਐਸਿਡ। ਜਦੋਂ ਮੈਟਲ ਆਕਸਾਈਡ ਕੀ ਹੈ? ਕਿਸੇ ਵੀ ਮੈਟਲ ਦੇ ਨਾਲ ਆਕਸੀਜਨ ਜਦੋਂ ਅਟੈਚ ਹੁੰਦੀ ਹੈ ਉਹ ਮੈਟਲ ਆਕਸਾਈਡ ਬਣਦਾ ਹੈ। ਆਇਰਨ ਆਕਸਾਈਡ, ਪੋਟਾਸ਼ੀਅਮ ਆਕਸਾਈਡ, ਸੋਡੀਅਮ ਆਕਸਾਈਡ ਅਤੇ ਫੈਰਸ ਆਕਸਾਈਡ, ਕੋਈ ਵੀ ਮੈਟਲ ਆਕਸਾਈਡ ਜਦੋਂ ਉਸ ਵਿੱਚ ਐਸਿਡ ਪਾਉਂਦੇ ਹਾਂ ਤਾਂ ਕੀ ਰਿਐਕਸ਼ਨ ਹੁੰਦੀ ਹੈ? ਅਸੀਂ ਦੂਜੇ ਪਾਸੇ ਨੈਕਸਟ ਪੇਜ 'ਤੇ ਦੇਖਦੇ ਹਾਂ। ਮੈਟਲ ਆਕਸਾਈਡ ਪਲੱਸ ਐਸਿਡ, ਜਦੋਂ ਮੈਟਲ ਆਕਸਾਈਡ ਦੇ ਵਿੱਚ ਐਸਿਡ ਪਾਉਂਦੇ ਹਾਂ ਤਾਂ ਕੀ ਬਣ ਜਾਂਦਾ ਹੈ? ਸਾਲਟ ਪਲੱਸ ਵਾਟਰ। ਅਤੇ ਉੱਧਰ ਨਿਊਟਰਲਾਈਜੇਸ਼ਨ ਰਿਐਕਸ਼ਨ 'ਚ ਅਸੀਂ ਕੀ ਪੜ੍ਹ ਕੇ ਆਏ ਹਾਂ? ਬੇਸ ਪਲੱਸ ਐਸਿਡ, ਇਹ ਵੀ ਕੀ ਬਣਦਾ ਹੈ? ਸਾਲਟ ਪਲੱਸ ਵਾਟਰ। ਹੁਣੇ ਪੜ੍ਹ ਕੇ ਆਏ ਹਾਂ ਆਪਾਂ ਨਿਊਟਰਲਾਈਜੇਸ਼ਨ ਰਿਐਕਸ਼ਨ। ਅਤੇ ਇੱਥੇ ਕੀ ਆ? ਮੈਟਲ ਆਕਸਾਈਡ ਪਲੱਸ ਐਸਿਡ। ਜਦੋਂ ਮੈਟਲ ਆਕਸਾਈਡ ਦੇ ਵਿੱਚ ਐਸਿਡ ਐਡ ਕਰਦੇ ਹਾਂ ਜਾਂ ਦੋਨਾਂ 'ਚ ਰਿਐਕਸ਼ਨ ਹੁੰਦੀ ਹੈ ਤਾਂ ਕੀ ਬਣਦਾ ਹੈ? ਸਾਲਟ ਪਲੱਸ ਵਾਟਰ। ਪ੍ਰੋਡਕਟ ਸੇਮ ਹੈ ਅਤੇ ਐਸਿਡ ਵੀ ਸੇਮ ਹੈ। ਇਹਨਾਂ ਦੋਨਾਂ ਰਿਐਕਸ਼ਨਾਂ ਤੋਂ ਕੀ ਕਲੀਅਰ ਹੋ ਗਿਆ ਕਿ ਜਿਹੜਾ ਮੈਟਲ ਆਕਸਾਈਡ ਹੁੰਦਾ ਹੈ ਉਹ ਕੀ ਹੁੰਦਾ ਹੈ? ਬੇਸਿਕ ਇਨ ਨੇਚਰ। ਉਹ ਵੀ ਕੀ ਹੁੰਦਾ ਹੈ? ਬੇਸਿਕ ਇਨ ਨੇਚਰ। ਉੱਧਰ ਆਪਾਂ ਪੜ੍ਹ ਕੇ ਆਏ ਹਾਂ ਪਹਿਲੇ ਪੇਜ 'ਤੇ, ਬੇਸ ਪਲੱਸ ਐਸਿਡ ਕੀ ਬਣਿਆ? ਸਾਲਟ ਪਲੱਸ ਵਾਟਰ। ਅਤੇ ਇੱਧਰ ਵੀ ਕੀ ਬਣਿਆ? ਸਾਲਟ ਪਲੱਸ ਵਾਟਰ। ਅਤੇ ਬੇਸ ਦੀ ਜਗ੍ਹਾ 'ਤੇ ਕੀ ਆ ਗਿਆ? ਮੈਟਲ ਆਕਸਾਈਡ। ਇਸ ਲਈ ਜਿਹੜਾ ਮੈਟਲ ਆਕਸਾਈਡ ਹੈ ਉਸ ਦੀ ਨੇਚਰ ਕੀ ਹੈ? ਉਹ ਵੀ ਕਿਹੋ ਜਿਹਾ ਹੁੰਦਾ ਹੈ? ਬੇਸ। ਨਾਓ ਰਾਈਟ ਐਂਡ ਬੈਲੈਂਸ ਦੀ ਇਕੁਏਸ਼ਨਸ ਫਾਰ ਅਬਵ ਰਿਐਕਸ਼ਨ। ਜੇ ਇਸ ਰਿਐਕਸ਼ਨ ਲਈ ਆਪਾਂ ਦੋਨਾਂ ਨੂੰ ਕੰਪੈਰੀਜ਼ਨ ਕਰਕੇ ਦੇਖੀਏ, ਸਿੰਸ ਮੈਟਲ ਆਕਸਾਈਡਸ ਰਿਐਕਟ ਵਿਦ ਐਸਿਡ ਟੂ ਗਿਵ ਸਾਲਟ ਐਂਡ ਵਾਟਰ। ਮੈਟਲ ਆਕਸਾਈਡ ਵੀ ਕੀ ਪੈਦਾ ਕਰਦੇ ਨੇ ਐਸਿਡ ਨਾਲ? ਸਾਲਟ ਐਂਡ ਵਾਟਰ। ਅਤੇ ਬੇਸ ਵੀ ਕੀ ਕਰਦੇ ਨੇ? ਸਾਲਟ ਐਂਡ ਵਾਟਰ। ਇਹ ਤੋਂ ਕੀ ਕਲੀਅਰ ਹੋ ਗਿਆ? ਮੈਟੈਲਿਕ ਆਕਸਾਈਡਸ ਆਰ ਸੈਡ ਟੂ ਬੀ ਬੇਸਿਕ ਆਕਸਾਈਡਸ। ਮੈਟੈਲਿਕ ਆਕਸਾਈਡ ਨੂੰ ਕੀ ਕਿਹਾ ਜਾਂਦਾ? ਬੇਸਿਕ ਆਕਸਾਈਡ। ਨੈਕਸਟ, ਨੋਨ ਮੈਟੈਲਿਕ ਆਕਸਾਈਡ। ਪਹਿਲਾਂ ਮੈਟਲ ਆਕਸਾਈਡ ਸੀ, ਹੁਣ ਨੋਨ ਮੈਟੈਲਿਕ ਆਕਸਾਈਡ ਵਿਦ ਬੇਸ। ਜੇ ਨੋਨ ਮੈਟਲ ਆਕਸਾਈਡ, ਨੋਨ ਮੈਟਲ ਕੀ ਹੋ ਗਿਆ? ਕੋਈ ਵੀ ਨੋਨ ਮੈਟਲ ਲਾ ਦਿਓ। ਨਾਈਟ੍ਰੋਜਨ ਆਕਸਾਈਡ, ਕਾਰਬਨ ਆਕਸਾਈਡ। ਅਤੇ ਇਸ ਦੀ ਜਦੋਂ ਅਸੀਂ ਰਿਐਕਸ਼ਨ ਦੇਖਦੇ ਹਾਂ ਇੱਥੇ ਅਸੀਂ ਪੜ੍ਹਦੇ ਹਾਂ, we saw a reaction between carbon dioxide and calcium hydroxide। ਕੈਲਸ਼ੀਅਮ ਹਾਈਡਰੋਕਸਾਈਡ ਕੀ ਹੈ? ਬੇਸ। ਅਤੇ ਕਾਰਬਨ ਡਾਈਆਕਸਾਈਡ ਕੀ ਹੈ? ਨੋਨ ਮੈਟੈਲਿਕ ਆਕਸਾਈਡ। ਦੋਨਾਂ ਦੇ ਵਿਚਾਲੇ ਰਿਐਕਸ਼ਨ। ਵਿਚ ਇਜ਼ ਏ ਬੇਸ ਰਿਐਕਟ ਵਿਦ ਕਾਰਬਨ ਡਾਈਆਕਸਾਈਡ। ਐਕਚੁਅਲੀ ਕੀ ਹੈ? ਬੇਸ ਕਿਹਦੇ ਨਾਲ ਰਿਐਕਸ਼ਨ ਕਰ ਗਿਆ? ਕਾਰਬਨ ਡਾਈਆਕਸਾਈਡ ਨਾਲ, ਜਾਣੀ ਨੋਨ ਮੈਟੈਲਿਕ ਆਕਸਾਈਡ ਦੇ ਨਾਲ। ਸਿੰਸ ਦਿਸ ਇਜ਼ ਸਿਮਿਲਰ ਟੂ ਦਾ ਰਿਐਕਸ਼ਨ ਬਿਟਵੀਨ ਬੇਸ ਐਂਡ ਐਸਿਡ। ਅਤੇ ਇਹ ਬੇਸ ਹੈ, ਨੋਨ ਮੈਟੈਲਿਕ ਆਕਸਾਈਡ ਕੀ ਹੈ? ਐਸਿਡ। ਕਿਉਂਕਿ ਇਹਦਾ ਪ੍ਰੋਡਕਟ ਵੀ ਕੀ ਹੈ? ਸਾਲਟ ਪਲੱਸ ਵਾਟਰ। ਤਿੰਨ ਰਿਐਕਸ਼ਨਾਂ ਆਪਾਂ ਪੜ੍ਹ ਲਈਆਂ। ਪਹਿਲਾਂ ਨਿਊਟਰਲਾਈਜੇਸ਼ਨ ਰਿਐਕਸ਼ਨ, ਉੱਥੇ ਸੀ ਬੇਸ ਪਲੱਸ ਐਸਿਡ। ਕੀ ਪ੍ਰੋਡਕਟ ਬਣਿਆ? ਸਾਲਟ ਐਂਡ ਵਾਟਰ। ਜਦੋਂ ਅਸੀਂ ਮੈਟਲ ਆਕਸਾਈਡ ਨਾਲ ਕਰਦੇ ਹਾਂ
ਤਾਂ ਉਹਦਾ ਵੀ ਕੀ ਬਣ ਜਾਂਦਾ ਹੈ, ਮੈਟਲ ਆਕਸਾਈਡ ਪਲੱਸ ਐਸਿਡ, ਇਹ ਵੀ ਕੀ ਬਣ ਗਿਆ, ਸਾਲਟ ਐਂਡ ਵਾਟਰ। ਜਾਣੀ ਮੈਟਲ ਆਕਸਾਈਡ ਆ ਜਿਹੜਾ ਉਹ ਕੀ ਹੈ, ਬੇਸ, ਕਿਉਂਕਿ ਪ੍ਰੋਡਕਟ ਸੇਮ ਹੈ। ਅਤੇ ਸਿਮਿਲਰਲੀ ਜਿਹੜਾ ਨੌਨ ਮੈਟੈਲਿਕ ਆਕਸਾਈਡ ਹੈ, ਨੌਨ ਮੈਟੈਲਿਕ ਆਕਸਾਈਡ, ਨੌਨ ਮੈਟੈਲਿਕ ਕੀ ਹੈ, ਐਸਿਡਿਕ ਇਨ ਨੇਚਰ, ਇਹ ਐਸਿਡਿਕ ਇਨ ਨੇਚਰ ਹੈ। ਮੈਟਲ ਆਕਸਾਈਡ ਬੇਸ ਇਨ ਨੇਚਰ ਹੈ, ਇਹ ਬੇਸ ਹੁੰਦਾ ਹੈ, ਅਤੇ ਨੌਨ ਮੈਟੈਲਿਕ ਆਕਸਾਈਡ ਕੀ ਹੁੰਦਾ ਹੈ, ਐਸਿਡ। ਇੱਥੇ ਬੇਸ ਦੀ ਰਿਐਕਸ਼ਨ ਐਸਿਡ ਨਾਲ ਹੈ, ਇਸ ਲਈ ਸੇਮ ਰਿਜ਼ਲਟ। ਇੱਥੇ ਇਹ ਐਸਿਡ ਹੈ, ਐਸਿਡ ਦੀ ਬੇਸ ਨਾਲ ਰਿਐਕਸ਼ਨ, ਫਿਰ ਵੀ ਸੇਮ ਰਿਜ਼ਲਟ। ਇਹ ਯਾਦ ਰੱਖਣਾ ਹੈ। ਮੈਟਲ ਆਕਸਾਈਡ ਹੈ ਜਿਹੜਾ ਉਹ ਬੇਸਿਕ ਇਨ ਨੇਚਰ ਹੁੰਦਾ ਹੈ, ਅਤੇ ਨੌਨ ਮੈਟੈਲਿਕ ਆਕਸਾਈਡ ਹੈ ਜਿਹੜਾ ਉਹ ਐਸਿਡਿਕ ਇਨ ਨੇਚਰ ਹੁੰਦਾ ਹੈ। ਨੈਕਸਟ, what do all acids and all bases have in common? ਇਹ ਜਿਹੜਾ ਨੈਕਸਟ ਟੌਪਿਕ ਹੈ, ਇਹ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਨਾ ਹੈ। ਪਹਿਲਾਂ ਜੋ 3 ਰਿਐਕਸ਼ਨਾਂ ਹਨ, ਰਿਐਕਸ਼ਨ ਬਿਟਵੀਨ ਐਸਿਡ ਐਂਡ ਬੇਸ, ਦੂਸਰੀ ਰਿਐਕਸ਼ਨ ਬਿਟਵੀਨ ਮੈਟੈਲਿਕ ਆਕਸਾਈਡ ਐਂਡ ਐਸਿਡ, ਤੀਸਰੀ ਰਿਐਕਸ਼ਨ ਬਿਟਵੀਨ ਨੌਨ ਮੈਟੈਲਿਕ ਆਕਸਾਈਡ ਐਂਡ ਬੇਸ। 3 ਹੀ ਤੁਸੀਂ ਯਾਦ ਕਰ ਲੈਣੀਆਂ ਹਨ। ਅਤੇ ਇਹ ਹੈ ਜਿਹੜਾ ਨੈਕਸਟ ਟੌਪਿਕ ਦੇ ਵਿੱਚ, ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਓਕੇ ਬੇਟੇ, ਥੈਂਕ ਯੂ, ਹੈਵ ਅ ਨਾਈਸ ਡੇ।